ਧਮਕੀ ਲਾਈ ਦੀ ਸੀ ਕਿ ਅਗਰ ਤੂੰ ਨਾ ਪੈਸੇ ਦਿੱਤੇ ਤੇ ਤੈਨੂੰ ਅਸੀਂ ਛੱਡਣਾ ਨਹੀਂ ਹੈਗਾ, ਲੈ ਜਾਵਾਂਗੇ ਨਾਲ। ਅੱਛਾ, ਕਿਹਨੂੰ ਕਿਹਨੂੰ ਅਗਵਾ ਕੀਤਾ ਹੈ ਤੇ ਕਿੰਨੇ ਕਿੰਨੇ ਪੈਸੇ ਲਏ? एक जिम वाला सी तो एक डॉक्टर सी, एक किलो 30 एक किलो 20 लिया। 50 लाख रुपया। तो आपको नहीं लगता था कभी भी कि हम पकड़े जाएंगे? सब लगता था। ਜਿਹੜਾ ਇਹ ਅਸਲਾ ਸੀ ਤੁਹਾਡੇ ਕੋਲ ਕਲੈਸ਼ਨ ਕੋਪਾ ਸੀ, ਇਹ ਕਿੱਥੋਂ ਲਈਆਂ ਸੀ? ਉਹ ਸਰ ਉਹੀ ਲਿਆਏ ਸੀ ਜੋ ਜਾਣਨ ਵਾਲੇ ਨੁਮਾਨ ਦੇ ਕਸੂਰ ਤੇ ਲੈ ਕੇ ਆਇਆ ਸੀ। अस्सलाम वालेकुम नाज़रीन, आपने माजूर डकैत का इंटरव्यू सुना कि किस तरह से उसने अपने गैंग को बनाया और फिर उसके बाद लोगों को किस तरह से अगवा करते थे और अगवा करने के बाद उनसे कितनी कितनी अमाउंट हासिल करते थे। ये उस माजूर शख्स का गैंग है जो कि इस वक्त हथकड़ियों में आपको नज़र आ रहा है और ये हथकड़ियाँ सिर्फ और सिर्फ इनको CIA पुलिस ने पहनाई है, क्योंकि ये लोग इतने शातिर थे, इनको पुलिस पकड़ने के लिए सर पकड़कर बैठी हुई थी कि ऐसा कौन सा गैंग आ चुका है जिसकी रिसाई अभी तक हासिल नहीं हो रही। तो एक छोटे से निशान पर इन लोगों तक पुलिस पहुंची और फिर इनको गिरफ्तार किया। इनसे जानते हैं कि इस तीनों जो डकैत हैं इनका क्या किरदार था, ये किस तरह से रैकी करते थे और कौन फिर जाकर अगवा करता था, पैसे कौन वसूल करता था। बारी बारी सबसे जानते हैं। क्या नाम है आपका? मतलब मतलूब साहब, इधर जरा कैमरा इधर लग गया जो, देखो कितों दे रहने वाले हो? कसूर। उत्ते वेख के गल करो ना। कसूर। कसूर दे रहने वाले हो। ਤੁਹਾਡਾ ਕੀ ਨਾਮ ਹੈ? उस्मान। आपका क्या नाम है? ਸਜਾਵਲ। ਮਤਲੂਬ ਸਾਹਿਬ, ਤੁਸੀਂ ਦੱਸੋ ਕਿ ਤੁਹਾਡਾ ਕੀ ਕਿਰਦਾਰ ਸੀ ਇਸ ਗੈਂਗ ਦੇ ਵਿੱਚ? मैं दूसरी गड्डी ਜਿਹੜੇ ਯਾਨੀ ਕਿ ਦੂਸਰੀ ਗੱਡੀ ਲੈ ਕੇ ਮੈਂ ਪਿੱਛੇ ਚਲਾ ਜਾਂਦਾ ਸੀ, ਦੂਸਰੀ ਗੱਡੀ ਦੇ ਵਿੱਚ ਅੱਗੇ ਹੁੰਦੇ ਸੀ। ਇਹ ਗੱਡੀਆਂ ਤੁਹਾਡੀਆਂ ਆਪਣੀਆਂ ਸੀ? ਨਹੀਂ, ਇੱਕ ਸਾਡੀ ਹੁੰਦੀ ਸੀ ਰੈਂਟ ਵਾਲੀ, ਇੱਕ ਦੂਸਰੀ ਜਿਹਨੂੰ ਅਗਵਾ ਕਰੀਦੀ ਸੀ। ਅੱਛਾ, ਇੱਕ ਗੱਡੀ ਖਾਲੀ ਹੁੰਦੀ ਸੀ ਜਿਹਦੇ 'ਚ ਅਗਵਾ ਜਿਹਨੂੰ ਕਰਨਾ ਹੈ ਉਸ ਬੰਦੇ ਨੂੰ ਵਿੱਚ ਸੁੱਟਣਾ ਹੈ। ਹਾਂਜੀ। ਅੱਛਾ, ਤੇ ਅਗਵਾ ਔਰ ਕੌਣ ਕਰਦਾ ਸੀ, ਰੋਕਦਾ ਕੌਣ ਸੀ ਜਿਹਨੂੰ ਵੀ ਅਗਵਾ ਕਰਦੇ ਸੀ? ਇਹ ਡਰਾਈਵਿੰਗ ਕਰ ਰਿਹਾ ਹੁੰਦਾ ਸੀ। ਡਰਾਈਵਿੰਗ ਕੌਣ ਕਰਦਾ ਸੀ? ਚਾਵਲ। ਅੱਛਾ, ਸਜਾਵਲ। ਹਾਂਜੀ। ਅੱਛਾ, ਸਜਾਵਲ ਡਰਾਈਵਿੰਗ ਕਰਦਾ ਸੀ। ਤੇ ਜਿਹੜਾ ਤੁਹਾਡਾ ਬੌਸ ਹੈਗਾ ਸੀ, ਜਿਹੜਾ ਮਾਜ਼ੂਰ ਸ਼ਖਸ ਹੈਗਾ, ਉਹ ਕਿੱਥੇ ਹੁੰਦਾ ਸੀ? ਉਹ ਗੱਡੀ 'ਚ ਹੁੰਦਾ ਸੀ। ਉਹ ਗੱਡੀ ਦੇ ਵਿੱਚ ਤੁਹਾਡੇ ਨਾਲ ਹੁੰਦਾ ਸੀ? ਹਾਂਜੀ। ਤੁਹਾਨੂੰ ਇਹ ਖੌਫ ਨਹੀਂ ਸੀ ਆਉਂਦਾ ਕਿ ਯਾਰ ਅਸੀਂ ਤੇ ਨੱਸ ਜਾਵਾਂਗੇ ਤੇ ਇਹ ਦੇ ਇਲਾਵਾ ਤੇ ਅਸੀਂ ਫੜੇ ਜਾਵਾਂਗੇ ਫਿਰ? ਬਸ ਅੱਛਾ, ਕਿਹਨੂੰ ਕਿਹਨੂੰ ਅਗਵਾ ਕੀਤਾ ਹੈ ਤੇ ਕਿੰਨੇ ਕਿੰਨੇ ਪੈਸੇ ਲਏ ਜੇ? ਇੱਕ ਜਿਮ ਵਾਲਾ ਸੀ ਤੇ ਇੱਕ ਡਾਕਟਰ ਸੀ। ਅੱਛਾ, 1 ਕਿਲੋ 30 1 ਕਿਲੋ 20 ਲਿਆ। 50 ਲੱਖ ਰੁਪਈਆ। ਇੱਕ ਕੋਲੋਂ 30 ਲੱਖ ਰੁਪਇਆ ਲਿਆ, ਇੱਕ ਕੋਲੋਂ 50 ਲੱਖ? 20 ਲਿਆ ਹੈ ਅੱਛਾ, 20 ਲੱਖ ਕਿਹਦੇ ਕੋਲ ਲਿਆ ਸੀ? ਡਾਕਟਰ ਕੋਲੋਂ। ਉਹ ਕਿੱਥੋਂ ਦਾ ਸੀ ਤੇ ਉਹਨੂੰ ਕਿਵੇਂ ਤੁਸੀਂ ਅਗਵਾ ਕੀਤਾ ਤੇ ਕਿੱਥੇ ਲੈ ਕੇ ਗਏ ਸੀ? ਜੋੜੇ ਪੁੱਲ ਦੇ ਸੀ ਤੇ ਰੋਡ ਤੇ ਉਹਨੂੰ ਸਾਈਡ ਤੇ ਖਾਲੀ ਰੋਡ ਤੇ ਲਵਾ ਕੇ ਅਗਵਾ ਕਰ ਲਿਆ ਅੱਛਾ। ਤੇ ਰੋਡ ਤੇ ਲੈ ਕੇ ਫਿਰਦੇ ਰਹੇ ਉਹਨੂੰ। ਅੱਛਾ, ਰੋਡ ਤੇ ਲੈ ਕੇ ਫਿਰਦੇ ਸੀ ਤੇ ਤੁਹਾਨੂੰ ਕੋਈ ਡਰ ਖੌਫ ਨਹੀਂ ਸੀ ਕਿ ਜੀ ਕੋਈ ਪੁਲਿਸ ਸਾਨੂੰ ਦੇਖ ਸਕਦੀ ਹੈ ਜਾਂ ਕਿਸੇ ਨਾਕੇ ਤੇ ਰੋਕ ਲੈਣ ਤੇ ਫਿਰ ਕੀ ਹੋਏਗਾ? ਨਹੀਂ, ਪਤਾ ਹੀ ਨਹੀਂ ਸੀ ਫਿਰ। ਅੱਛਾ, ਸਜਾਵਲ ਸਾਹਿਬ, ਤੁਹਾਡਾ ਕੀ ਕੰਮ ਹੈਗਾ? ਮੈਂ ਡਰਾਈਵਿੰਗ ਕਰਨਾ ਹੈ ਗੱਡੀ ਦੀ, ਕਿਹੜੀ ਗੱਡੀ ਦੀ? ਜਿਹਦੇ ਚ ਅਗਵਾ ਕਰਨੇ ਸਾਂ ਉਸ ਗੱਡੀ ਦੀ। ਅਗਵਾ ਕਰਕੇ ਅਸੀਂ ਰਿੰਗ ਰੋਡ ਤੇ ਚਲੇ ਜਾਂਦੇ ਸਾਂ। ਅੱਗੋਂ ਫਿਰ ਇੰਤਜ਼ਾਰ ਸਾਰਾ ਕੁਝ, ਪੈਸੇ ਕਿੰਜ ਮੰਗਵਾਣੇ ਆ, ਕੀ ਡੀਲ, ਸਾਰਾ ਕੁਝ ਇੰਤਜ਼ਾਰ ਕਰਦਾ ਸੀ। ਤੇ ਉਸ ਤੋਂ ਬਾਅਦ ਜਿਸ ਟਾਈਮ ਉਹਨਾਂ ਨੇ ਪੈਸੇ ਦੇਣੇ ਰਿੰਗ ਰੋਡ ਤੇ ਹੀ ਅਸੀਂ ਪੈਸੇ ਲੈਣੇ ਸਨ, ਨੁਮਾਨ ਪੈਸੇ ਲੈਂਦਾ ਸੀ ਤੇ ਇੱਕ ਸਾਈਡ ਤੇ ਹੀ ਅਸੀਂ ਉਰਲੀ ਸਾਈਡ ਤੇ ਲਾ ਦਿੰਦੇ ਹਾਂ, ਦੂਸਰੀ ਸਾਈਡ ਤੇ ਗੱਡੀ ਖੜੀ ਹੁੰਦੀ ਸੀ। ਅੱਛਾ, ਪੈਸੇ ਲੈਣ ਵਾਲਾ ਜਿਹੜਾ ਤੁਹਾਡਾ ਸਾਥੀ ਸੀ ਉਹ ਹੋਰ ਹੈ, ਤੁਸੀਂ ਸਿਰਫ ਲੈ ਕੇ ਉਹਨੂੰ ਘੁਮਾਉਣਾ ਹੈਗਾ ਜੇ? ਨਹੀਂ, ਨੁਮਾਨ ਲੈਂਦਾ ਸੀ, ਨੋਮੀ ਆ ਪਿੱਛੇ ਖੜਾ ਤੁਹਾਡੇ। ਇਹ ਨੂਮਾਨ ਪੈਸੇ ਲੈਂਦਾ ਸੀ? ਇਹ ਪੈਸੇ ਇਹਨੇ ਫੜਨੇ ਹੁੰਦੇ ਸੀ ਤੇ ਇਹ ਪੈਸੇ ਲੈ ਕੇ ਵਾਪਸ ਆ ਜਾਂਦਾ ਸੀ ਤੇ 5-10 ਮਿੰਟ ਬਾਅਦ ਅਸੀਂ ਛੱਡ ਦਿੰਦੇ ਹੁੰਦੇ ਸਾਂ ਗਵਾ ਲੈ। ਇੰਨੀ ਜਲਦੀ ਜਿਹੜਾ ਹੈਗਾ ਨਾ, ਤੁਸੀਂ ਉਹਨੂੰ ਅਗਵਾ ਵੀ ਕਰਦੇ ਸੀ, ਉਹਦੇ ਕੋਲੋਂ ਤੁਸੀਂ ਮੁਤਾਲਬਾ ਵੀ ਕਰਦੇ ਸੀ ਪੈਸਿਆਂ ਦਾ, ਤੇ ਉਹ ਮੰਨ ਕਿਵੇਂ ਜਾਂਦਾ ਸੀ? ਕੀ ਖੌਫ ਸੀ ਤੁਹਾਡਾ ਕਿ ਉਹ ਜਿਹੜਾ ਬੰਦਾ ਫੌਰੀ ਮੰਨ ਜਾਂਦਾ ਸੀ, ਪੈਸੇ ਦੇਣ ਤੇ ਰਾਜ਼ੀ ਹੋ ਜਾਂਦਾ ਸੀ? ਬਸ ਉਹੀ ਇਹਨੂੰ ਧਮਕੀ ਲਾਈ ਦੀ ਸੀ ਕਿ ਅਗਰ ਤੂੰ ਨਾ ਪੈਸੇ ਦਿੱਤੇ ਤੇ ਤੈਨੂੰ ਅਸੀਂ ਛੱਡਣਾ ਨਹੀਂ ਹੈਗਾ, ਲੈ ਜਾਵਾਂਗੇ ਨਾਲ। ਧਮਕੀਆਂ ਅਰਫਾਨ ਵਗੈਰਾ ਲਾਉਂਦੇ ਸੀ ਤੇ ਉਹ ਫਿਰ ਮੰਨ ਜਾਂਦਾ ਸੀ। ਤੇ ਜਿਹੜਾ ਇਹ ਅਸਲਾ ਸੀ ਤੁਹਾਡੇ ਕੋਲ ਕਲੈਸ਼ਨ ਕੋਪਾ ਸੀ, ਇਹ ਕਿੱਥੋਂ ਲਈਆਂ ਸੀ? ਇਹ ਸਰ ਉਹੀ ਲਿਆਏ ਸੀ ਜੋ ਜਾਣਨ ਵਾਲੇ ਨੁਮਾਨ ਦੇ ਕਸੂਰ ਤੋਂ ਲੈ ਕੇ ਆਇਆ ਸੀ। ਉਹਨਾਂ ਕੋਲ ਇੱਕ ਹੈਗੀ ਸੀ ਗਨ। ਤੇਰਾ ਕਿਵੇਂ ਰਾਬਤਾ ਹੋਇਆ ਸੀ ਨੁਮਾਨ ਦੇ ਨਾਲ? ਮੇਰਾ ਦੋਸਤ ਹੈਗਾ ਇੱਥੇ ਲਾਹੌਰ 'ਚ ਹੀ ਰਹਿੰਦਾ, 8-10 ਸਾਲ ਤੋਂ ਮੇਰਾ ਦੋਸਤ। ਇਹ ਵਾਰਦਾਤਾਂ ਕਰਨ ਦੀ ਜਿਹੜੀ ਪਲੈਨਿੰਗ ਸੀ ਜਾਂ ਸੋਚ ਸੀ, ਕਿਵੇਂ ਪੈਦਾ ਹੋਈ? ਇੰਤਸਾਰ ਨੇ ਕਿਹਾ ਸੀ, ਪੈਸਿਆਂ ਦੀ ਮੈਨੂੰ ਵੀ ਜ਼ਰੂਰਤ ਸੀ, ਇਹਨੇ ਨਾਲ ਗੱਲ ਕੀਤੀ, ਇਹਨੇ ਕਿਹਾ ਕਰ ਲੈਂਦੇ। ਕਿੰਨੇ ਪੈਸਿਆਂ ਦੀ ਜ਼ਰੂਰਤ ਹੈਗੀ ਸੀ?
ਸਰ ਮੈਨੂੰ ਐਸੀ ਤਕਰੀਬਨ 8-10 ਲੱਖ ਰੁਪਏ ਦੀ ਜ਼ਰੂਰਤ ਸੀ। ਕੀ ਕਰਨਾ ਚਾਹੁੰਦੇ ਸੀ 8-10 ਲੱਖ ਰੁਪਏ ਦਾ? ਮੈਂ ਸਰ ਦੇਣੇ ਸੀ, ਕਰਜ਼ਾ ਮੇਰੇ ਤੇ ਹੈਗਾ ਸੀ। ਮੈਂ ਸਰ ਉਹ ਦੇਣੇ ਸੀ ਤੇ ਇਸ ਵਜ੍ਹਾ ਤੋਂ ਮੈਨੂੰ ਜ਼ਰੂਰਤ ਸੀ ਤੇ ਮੈਂ ਇਹਦੇ ਨਾਲ ਗੱਲ ਕੀਤੀ, ਕਿਉਂਕਿ ਮੈਨੂੰ ਇਹਨੇ ਇਹ ਮਸ਼ਵਰਾ ਦਿੱਤਾ। ਮੈਨੂੰ ਕਿਹਾ ਠੀਕ ਹੈ। ਯਾਨੀ ਕਿ ਕਰਜ਼ਾ ਵਾਪਸ ਦੇਣ ਦਾ ਸਭ ਤੋਂ ਆਸਾਨ ਹੱਲ ਇਹ ਹੈਗਾ ਕਿ ਇੱਕ ਬੰਦੇ ਨੂੰ ਅਗਵਾ ਕਰੋ, ਉਹਦੇ ਕੋਲੋਂ ਪੈਸੇ ਵਸੂਲ ਕਰ ਲਵੋ। ਸਰ ਬਸ ਗਲਤੀ ਹੋ ਗਈ, ਨਾ ਸਮਝੀ ਚ ਕਰ ਲਿਆ। ਆਇੰਦਾ ਤੋਂ ਇੰਝ ਦੀ ਗਲਤੀ ਕਦੀ ਨਹੀਂ ਕਰਾਂ। ਨਹੀਂ ਐਡੇ ਤੁਸੀਂ ਨੌਜਵਾਨ ਹੈਗੇ ਹੋ, 20-25 ਸਾਲ ਤੇ ਤੁਹਾਡੀ ਉਮਰ ਹੋਏਗੀ ਨਾ, ਤੇ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਨਾ ਸਮਝੀ ਦੇ ਚ ਹੋ ਗਿਆ। ਸਰ ਜਦੋਂ ਅਕਲ ਤੇ ਪੜਦਾ पै जाए, फिर बस गलती हो गई साढ़े। जी बिल्कुल नाज़रीन, अब सवाए पछतावे के अलावा इनके पास कुछ नहीं है। इनके जो सरबराह है जो कि मज़ूर शख्स है उसका भी आपने इंटरव्यू सुना, फिर इन तीनों मुलजमान का भी आपने मौक़िफ़ सुना कि किस तरह से ये लोग वारदातें करते थे, किस तरह से ये लोग अगवा करते थे और किस तरह से ये जो शख्स उस्मान है ये रैकी करता था और फिर इनको बताता था। अच्छा मुझे ये बताओ कि आप लोग एक दूसरे के साथ कोऑर्डिनेशन किस तरह से करते थे? ये मेरा दोस्त है, इनके साथ मिलता था रोज़ मुझे। नहीं, फ़ोन पे कोऑर्डिनेशन करते थे, इंटरनेट का इस्तेमाल करते थे, क्या करते थे? फ़ोन पे होते थे। तो आपको नहीं लगता था कभी भी कि हम पकड़े जाएंगे? सब लगता था। अब जब आपके चेहरे पूरी दुनिया में देखे जाएंगे तो आपके घर वाले भी तो होंगे ना, वो भी क्या सोचेंगे कि हमारे बच्चे किस सोसाइटी में चले गए हैं। बस सर गलती कर ली अपने। जी बिल्कुल नाज़रीन, हमारा काम सिर्फ़ और सिर्फ ये होता है कि हम आपके सामने कोई ना कोई ऐसा क्राइम सामने लेकर आएँ जिससे लगे कि इस मुआशरे में बढ़ती हुई वारदातों को किस तरह से रोका जा सकता है। इनका कहना है या इनके मुताबिक इनकी पहली या दूसरी वारदात थी, जबकि पुलिस के मुताबिक ये रिकॉर्ड याफ्ता है। अब इनके साथ क्या सलूक होगा, कितनी सज़ा इनको होगी, ये तो अदालत का काम है। अगर आप लोग भी इसी तरह की वारदातों में या कोई आपका जानने वाला इस तरह की वारदात में मुलव्विस है तो खुदारा आपसे गुजारिश है कि 2 वक्त का खाना खा लें। रातों रात अमीर होने से बेहतर है कि आप मेहनत कर लें, वरना आपको भी इसी तरह हथकड़ियाँ लगी होंगी और किसी न किसी टीवी चैनल पर आपका भी चेहरा आएगा। इसी के साथ इजाज़त चाहूँगा, अल्लाह ने के बाद।